ਸੁਚੇਤ ਮਨ ਕਰਕੇ ਵੀਡੀਓ ਨੂੰ ਦੇਖ ਸੁਣ ਅਤੇ ਸਮਝ ਰਹੇ तमाम ਦਰਸ਼ਕਾਂ ਨੂੰ ਤੁਹਾਡੇ ਵੀਰ ਮੋਹਿੰਦਰ ਸਿੰਘ ਬਟਾਲਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਵਾਂਗ ਫਿਰ ਤੁਹਾਡੇ ਗਿਆਨ ਅਤੇ ਧਿਆਨ ਨੂੰ ਮੁੱਖ ਰੱਖਦੇ ਪੰਥਕ ਪਹਿਰੇਦਾਰ ਵੱਲੋਂ ਇਹ ਵੀਡੀਓ ਪ੍ਰਸਤੁਤ ਕਰਨ ਸਮੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਇਆਂ ਆਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਰਹੋ। ਜੇਕਰ ਆਪ ਇਸ ਚੈਨਲ ਨਾਲ ਨਵੇਂ ਜੁੜੇ ਹੋ ਅਤੇ ਇਸ ਦੇ ਅਸਲ ਟੀਚੇ ਨੂੰ ਸਮਝਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਅਸੀਸਾਂ ਦਿਓ ਅਤੇ ਬੈਲ ਆਈਕਨ ਯਾਨੀ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਜੀ, ਤਾਂ ਕਿ ਤੁਹਾਨੂੰ ਸਾਡੀ ਨਵੀਂ ਜਾਂ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ। ਅਸੀਂ ਸਿੱਖ ਪੰਥ ਦੇ ਵਿਦਵਾਨ ਅਤੇ ਲਿਖਾਰੀ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਉਹਨਾਂ ਦੇ ਇਸ ਲੇਖ ਰਾਹੀਂ ਇਹ ਪ੍ਰਸੰਗ ਪ੍ਰਸਤੁਤ ਕਰ ਰਹੇ ਹਾਂ ਜੀ। ਸਿੱਖ ਧਰਮ ਅਤੇ ਸ਼ਰਾਧ। ਸਮੇਂ ਦੀ ਕੀਤੀ ਗਈ ਬ੍ਰਾਹਮਣੀ ਵੰਡ ਅਨੁਸਾਰ ਅੱਸੂ ਮਹੀਨੇ ਦੇ ਹਨੇਰੇ ਪੱਖ ਵਿੱਚ ਅੱਸੂ ਵਦੀ ਏਕਮ ਤੋਂ ਆਰੰਭ ਹੋ ਕੇ 15 ਦਿਨ ਸ਼ਰਾਧਾਂ ਦੇ ਮਿੱਥੇ ਗਏ ਹਨ। ਥਿੱਤਾਂ ਵਾਰਾਂ ਦੇ ਭਰਮ ਹੇਠ ਦੱਬੇ ਲੋਕ ਇਹਨਾਂ ਦਿਨਾਂ ਵਿੱਚ ਕਿਸੇ ਵੀ ਨਵੀਂ ਵਸਤੂ ਦੀ ਖਰੀਦ ਜਾਂ ਕਿਸੇ ਵੀ ਖੁਸ਼ੀ ਦੇ ਕੰਮ ਨੂੰ ਨਹੀਂ ਕਰਦੇ। ਨਵੇਂ ਬਣੇ ਚੁੱਕੇ ਮਕਾਨ, ਦੁਕਾਨ, ਫੈਕਟਰੀ ਇਸ ਵਿੱਚ ਪ੍ਰਵੇਸ਼ ਵੀ ਨਹੀਂ ਕਰਦੇ। ਇਸ ਦੇ ਉਲਟ ਗੁਰੂ ਦਰ 'ਤੇ ਨਾ ਹੀ ਇਹਨਾਂ ਸ਼ਰਾਧਾਂ ਨਰਾਤਿਆਂ ਨੂੰ ਕੋਈ ਥਾਂ ਹੈ ਅਤੇ ਨਾ ਹੀ ਵਹਿਮਾਂ ਭਰਮਾਂ ਨਾਲ ਕੋਈ ਸੰਬੰਧ। ਬਾਣੀ ਦਾ ਫੈਸਲਾ ਹੈ, ਸਾਈ ਘੜੀ ਸੁਲੱਖਣੀ ਸਿਮਰਤ ਹਰਿਨਾਮ ਪੰਨਾ 819। ਅਤੇ ਥਿੱਤਾਂ ਵਾਰਾਂ ਬਾਰੇ ਸਤਿਗੁਰ ਬਾਝੋਂ ਅੰਧ ਗੁਬਾਰ ਥਿੱਤੀ ਵਾਰ ਸੇ ਵਹਿ ਮੁਗਧ ਗਵਾਰ ਅਤੇ ਗੁਰਪ੍ਰਸਾਦ ਭਰਮ ਕਾ ਨਾਸ। ਗੁਜ਼ਰ ਚੁੱਕੇ ਪਿਤਰਾਂ ਨਿਮਿਤ ਸ਼ਰਾਧਾਂ ਦੇ ਦਿਨਾਂ ਵਿੱਚ ਬ੍ਰਾਹਮਣਾਂ ਨੂੰ ਭੋਜਨ ਕਰਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਦਾਨ ਦਸ਼ਨਾ ਵੀ ਦਿੱਤੀ ਜਾਂਦੀ ਹੈ। ਵਿਸ਼ਵਾਸ ਦਿੱਤਾ ਗਿਆ ਹੈ ਕਿ ਇਹ ਭੋਜਨ ਆਦਿ ਸਭ ਕੁਝ ਉਹਨਾਂ ਪਿਤਰਾਂ ਨੂੰ ਪਹੁੰਚਦਾ ਹੈ। ਗਰੁੜ ਪੁਰਾਣ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਜਿਹੜੇ ਲੋਕ ਸ਼ਰਾਧ ਨਹੀਂ ਕਰਾਉਂਦੇ ਉਹਨਾਂ ਦੇ ਪਿਤਰਾਂ ਨੂੰ ਭੁੱਖ ਅਤੇ ਦੁੱਖ ਸਹਿਣੇ ਪੈਂਦੇ ਹਨ। ਇਸ 'ਤੇ ਪਿੱਤਰ ਆਪਣਾ ਗੁੱਸਾ ਪਿੱਛੇ ਆਪਣੇ ਪਰਿਵਾਰ ਵਾਲਿਆਂ 'ਤੇ ਕੱਢਦੇ ਹਨ। ਪਰਿਵਾਰ ਵਿੱਚ ਕੁਸ਼ਲਤਾ ਨਹੀਂ ਬਣ ਆਉਂਦੀ। ਘਰ ਵਿੱਚ ਜੇ ਕੋਈ ਬਿਮਾਰੀ, ਐਕਸੀਡੈਂਟ ਜਾਂ ਮ੍ਰਿਤਿੂ ਵੀ ਹੁੰਦੀ ਹੈ ਤਾਂ ਪਿੱਤਰਾਂ ਦੀ ਕਰੋਪੀ ਦੇ ਕਾਰਨ। ਨਤੀਜੇ ਵਜੋਂ ਅਗਿਆਨਤਾ ਵਿੱਚ ਫਸੇ ਲੋਕ ਜੇਕਰ ਪਿੱਤਰਾਂ ਵਾਸਤੇ ਭਾਵੇਂ ਕੁਝ ਵੀ ਨਾ ਕਰਨਾ ਚਾਹੁੰਦੇ ਹੋਣ ਤਾਂ ਵੀ ਆਪਣੀ ਕੁਸ਼ਲਤਾ ਦੇ ਡਰ ਭੈ ਵਿੱਚ ਅਜਿਹੇ ਸਾਰੇ ਕਰਮਕਾਂਡਾਂ ਵਿੱਚ ਉਲਝੇ ਰਹਿੰਦੇ ਹਨ। ਨਤੀਜਾ ਇਹਨਾਂ ਲੋਕਾਂ ਕਾਰਨ ਹੀ ਬ੍ਰਾਹਮਣ ਵਰਗ ਦੇ ਬਿਨਾਂ ਮਿਹਨਤ ਪੋਹ-ਬਾਰਾਂ ਬਣੀ ਰਹਿੰਦੀ ਹੈ। ਮੁੱਖ ਰੂਪ ਵਿੱਚ ਸ਼ਰਾਧ 3 ਪ੍ਰਕਾਰ ਦੇ ਦੱਸੇ ਗਏ ਹਨ ਤਾਂ ਅੱਸੂ ਮਹੀਨੇ ਵਾਲੇ ਇਹਨਾਂ ਨੂੰ ਮਹਾਲਿਆ ਕਿਹਾ ਹੈ। ਦੂਜੇ ਪਾਰਵਾਨ ਭਾਵ ਪੂਰਨਮਾਸ਼ੀ, ਮੱਸਿਆ ਆਦਿ ਥਿੱਤਵਾਰ ਜਾਂ ਪਰਵ ਤੱਕ ਕੀ ਕਰਨਾ। ਤੀਜਾ ਖਿਆ ਜਾਂ ਖਿਆਹੀ ਭਾਵ ਦਿਨ ਦੇ ਦਿਨ ਜਿਸ ਦਿਨ ਕਿਸੇ ਪ੍ਰਾਣੀ ਨੇ ਚਲਾਣਾ ਕੀਤਾ ਹੋਵੇ। ਵਿਸ਼ਵਾਸ ਸਭ ਪਿੱਛੇ ਇੱਕੋ ਹੀ ਦਿੱਤਾ ਗਿਆ ਹੈ, ਕੀਤਾ ਦਿੱਤਾ ਖੁਆਇਆ ਸੰਬੰਧਿਤ ਪ੍ਰਾਣੀ ਨੂੰ ਪਹੁੰਚ ਰਿਹਾ ਹੈ ਅਤੇ ਇਸੇ ਕਾਰਨ ਪਿੱਛੇ ਪਰਿਵਾਰ ਵਿੱਚ ਕੁਸ਼ਲਤਾ ਬਣੀ ਹੋਈ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਕਿਤਨੀ ਕੁ ਕੁਸ਼ਲਤਾ ਬਣੀ ਰਹਿੰਦੀ ਹੈ। ਸੱਚਾਈ ਇਹ ਹੈ ਕਿ ਜਦੋਂ ਤੱਕ ਮਨ ਵਿੱਚੋਂ ਵਹਿਮਾਂ ਭਰਮਾਂ ਅਗਿਆਨਤਾ ਵਾਲਾ ਹਨੇਰਾ ਨਾ ਮੁੱਕੇ ਇਹਨਾਂ ਕਰਮ ਕਾਂਡਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਸ਼ਰਾਧਾਂ ਬਾਰੇ ਗੁਰਬਾਣੀ ਦਾ ਫੈਸਲਾ ਹੈ, ਆਇਆ ਗਿਆ ਮੂਇਆ ਨਾਓ ਪਿੱਛੇ ਪੱਤਲ ਸੱਧ ਹੁਕਾਓ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ। ਅਰਥ ਇਨਸਾਨ ਸੰਸਾਰ ਵਿੱਚ ਆਉਂਦਾ ਹੈ ਅਤੇ ਚਲੇ ਜਾਂਦਾ ਹੈ। ਪਿੱਛੋਂ ਕਰਵਾਏ ਗਏ ਪਿੰਡ ਪੱਤਲ ਕਾਵਾਂ ਕੁੱਤਿਆਂ ਵਾਸਤੇ ਹੀ ਹੁੰਦੇ ਹਨ। ਜਿਹੜੇ ਲੋਕ ਇਹ ਸਭ ਇਸ ਭਰਮ ਵਿੱਚ ਕਰਦੇ ਹਨ ਕਿ ਇਸ ਦਾ ਸੰਬੰਧ ਪਿਤਰਾਂ ਦੇ ਉਧਾਰ ਨਾਲ ਹੈ, ਅਸਲ ਵਿੱਚ ਉਹ ਮਨਮੁਖ ਹਨ। ਮਨ ਦੀ ਦੌੜ ਪਿੱਛੇ ਚੱਲ ਕੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾ ਰਹੇ ਹੁੰਦੇ ਹਨ। ਅਸਲ ਵਿੱਚ ਅਜਿਹੇ ਲੋਕ ਰੱਬੀ ਗਿਆਨ ਯਾਨੀ ਗੁਰੂ ਨਾਲੋਂ ਨਾ ਜੁੜੇ ਹੋਣ ਕਾਰਨ ਜਨਮ ਮਰਨ ਦੇ ਗੇੜ ਵਿੱਚ ਹੀ ਫਸੇ ਰਹਿ ਜਾਂਦੇ ਹਨ। ਬਾਣੀ ਆਸਾਂ ਕੀ ਵਾਰ ਵਿਚਲੇ ਮਹੱਲਾ ਪਹਿਲਾ ਦੇ ਇੱਕ ਸ਼ਲੋਕ ਰਾਹੀਂ ਗੁਰੂ ਪਾਤਸ਼ਾਹ ਤਾਂ ਇਸ ਬਾਰੇ ਸਾਡੇ
ਕੰਨ ਰੋਜ਼ ਹੀ ਖਿੱਚਦੇ ਹਨ। ਫਰਮਾਨ ਹੈ, ਜੇ ਮੁਹਾਕਾ ਕਰ ਮੋਹੇ ਘਰ ਮਹਿ ਪੁੱਤਰੀ ਦੇਈ, ਅੱਗੇ ਵਸਤ ਸੁਆਣੀਏ ਪਿਤਰੀ ਚੋਰ ਕਰੇ। ਵੱਡਿਆ ਹੱਥ ਦਲਾਲ ਕੇ ਮੁਸੱਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇਈ। ਇਸ ਦਾ ਭਾਵ ਹੈ ਕਿ ਬ੍ਰਾਹਮਣੀ ਵਿਸ਼ਵਾਸਾਂ ਅਧੀਨ ਹਰ ਇੱਕ ਬ੍ਰਾਹਮਣੀ ਹਿੰਦੂ, ਭਾਵੇਂ ਉਹ ਭਲਾ ਪੁਰਖ ਹੈ ਜਾਂ ਕੋਈ ਸਨਬਾਜ਼, ਚੋਰ ਜਾਂ ਡਾਕੂ, ਆਪਣੇ ਪਿਤਰਾਂ ਨਿਮਿਤ ਸ਼ਰਾਧ ਤਾਂ ਸਭ ਨੇ ਹੀ ਕਰਨੇ ਹਨ। ਪੁਰਾਣਾਂ ਦੇ ਅਨੁਸਾਰ ਇਹ ਵਿਸ਼ਵਾਸ ਵੀ ਦਿੱਤਾ ਗਿਆ ਹੈ ਕਿ ਬ੍ਰਾਹਮਣਾਂ ਨੂੰ ਕੀਤਾ ਇਹ ਦਾਨ ਪੁੰਨ ਅਤੇ ਖੁਆਇਆ ਹੋਇਆ ਭੋਜਨ ਅੱਗੇ ਪਿੱਤਰ ਆਪ ਹੀ ਪਹਿਚਾਣ ਲੈਂਦੇ ਹਨ। ਤਾਂ ਤੇ ਪਾਤਸ਼ਾਹ ਸੁਚੇਤ ਕਰਦੇ ਹਨ ਕਿ ਜੇਕਰ ਇਹੀ ਸੱਚ ਹੈ ਅਤੇ ਪਿੱਤਰ ਲੋਕ ਵਿੱਚ ਦੋਨਾਂ ਪਰਿਵਾਰਾਂ ਦੇ ਪਿੱਤਰ ਵੀ ਮੌਜੂਦ ਹਨ, ਜਿਸ ਦਾ ਮਾਲ ਹੈ ਉਸ ਦੇ ਪਿੱਤਰ ਵੀ, ਅਤੇ ਜਿਸ ਨੇ ਸੰਨ ਮਾਰ ਕੇ ਇਹ ਸਮਾਨ ਭੇਜਿਆ ਉਸ ਦੇ ਪਿੱਤਰ ਵੀ, ਤਾਂ ਤੇ ਉੱਥੇ ਤੁਸਾਂ ਪਿੱਤਰਾਂ ਨੂੰ ਹੀ ਚੋਰ ਬਣਾ ਕੇ ਆਪਸ ਵਿੱਚ ਲੜਾ ਦਿੱਤਾ। ਬਾਣੀ ਸੁਖਮਨੀ ਵਿਚਲੀ ਦੂਜੀ ਅਸ਼ਟਪਦੀ ਰਾਹੀਂ ਪਾਤਸ਼ਾਹ ਨੇ ਬੜੇ ਖੁੱਲ੍ਹੇ ਢੰਗ ਨਾਲ ਇਸ ਸਾਰੇ ਬਾਰੇ ਭਰਵੀਂ ਚੇਤਾਵਨੀ ਦਿੱਤੀ ਹੈ। ਚੇਤੇ ਰਹੇ, ਮੁਗਲ ਰਾਜ ਸਮੇਂ ਸ਼ਰਾਂ ਦੇ ਕਾਨੂੰਨ ਸਨ। ਇਸ ਅਨੁਸਾਰ ਚੋਰ ਜਾਂ ਦਲਾਲ ਦੇ ਹੱਥ ਵੱਢੇ ਜਾਣ ਦਾ ਨਿਯਮ ਸੀ। ਤਾਂ ਤੇ ਪਾਤਸ਼ਾਹ ਫਰਮਾਉਂਦੇ ਹਨ, ਇਨਸਾਫ ਦਾ ਤਕਾਜ਼ਾ ਹੈ, ਜਿਸ ਬ੍ਰਾਹਮਣ ਨੇ ਚੋਰੀ ਦਾ ਮਾਲ ਪਹੁੰਚਾਉਣ ਵਿੱਚ ਦਲਾਲੀ ਕੀਤੀ ਹੈ ਉਸ ਦੇ ਹੱਥ ਵੱਢੇ ਜਾਣ। ਅੰਤ ਵਿੱਚ ਗੁਰਦੇਵ ਫੈਸਲਾ ਦਿੰਦੇ ਹਨ ਕਿ ਅਸਲ ਵਿੱਚ ਕਿਸੇ ਦਾ ਦਿੱਤਾ ਖੁਆਇਆ ਕਿਧਰੇ ਕੁਛ ਨਹੀਂ ਪੁੱਜਦਾ। ਮਨੁੱਖ ਦਾ ਨਿਬੇੜਾ ਉਸ ਦੀ ਆਪਣੀ ਚੰਗੀ ਜਾਂ ਮਾੜੀ ਕਰਨੀ 'ਤੇ ਹੀ ਹੁੰਦਾ ਹੈ। ਸ਼ਰਾਧਾਂ ਦੇ ਫੋਕਟ ਵਿਸ਼ਵਾਸਾਂ ਬਾਰੇ ਇਸ ਤੋਂ ਵੱਧ ਹੋਰ ਚੇਤਾਵਨੀ ਕੀ ਹੋ ਸਕਦੀ ਹੈ। ਉਂਝ ਗੁਰਬਾਣੀ ਖਜ਼ਾਨੇ ਵਿੱਚ ਇਸ ਬਾਰੇ ਬਹੁਤੇਰੇ ਸ਼ਬਦ ਅਤੇ ਪ੍ਰਮਾਣ ਮੌਜੂਦ ਹਨ। ਗੁਰਬਾਣੀ ਰਾਹੀਂ ਇਸੇ ਹੀ ਸੰਬੰਧ ਵਿੱਚ ਕਬੀਰ ਸਾਹਿਬ ਇੱਕ ਹੋਰ ਸ਼ਬਦ ਰਾਹੀਂ ਭਰਵੀਂ ਤਾੜਨਾ ਕਰਦੇ ਹਨ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਹੀ, ਪਿੱਤਰ ਵੀ ਬਪੁਰੇ ਕਹ ਕਿਉ ਪਾਵੇ ਕौआ कुकर खाही, मोको कुशल बतावो कोई, कुशल कुशल करते जग बिन से, कुशल भी कैसे होई रहाओ, माटी के कर देवी देवा तिस आगे ज्यों देही, ऐसे पित्र तुम्हारे कहिए आपन कह ना लेही, सरज्यों का टह निर्ज्यों पूजै, अंत काल कौ भारी, राम नाम की गत नहीं जानी, पै डूबे संसारी, देवी देवा पूजह डोले, पार ब्रह्म नहीं जाना, कहत कबीर अकल नहीं चेतिया, भिखिया स्यों लपटाना, कहत कबीर अकल नहीं चेतिया, भिखिया स्यों लपटाना। ਬ੍ਰਾਹਮਣੀ ਪੁਸਤਕਾਂ, ਸ਼ਾਸਤਰਾਂ, ਪੁਰਾਣਾਂ ਅਨੁਸਾਰ ਜਿਹੜੇ ਲੋਕ ਪਿੱਤਰਾਂ ਦੇ ਸ਼ਰਾਧ ਨਹੀਂ ਕਰਾਉਂਦੇ, ਉਹਨਾਂ ਦੇ ਪਿੱਤਰਾਂ ਨੂੰ ਅੱਗੇ ਭੁੱਖਾਂ ਦੇ ਦੁੱਖ ਸਹਿਣੇ ਪੈਂਦੇ ਹਨ। ਇਸ ਦੇ ਪਿੱਤਰ ਆਪਣਾ ਗੁੱਸਾ ਆਪਣੇ ਪਰਿਵਾਰ ਵਾਲਿਆਂ 'ਤੇ ਕੱਢਦੇ ਹਨ। ਨਤੀਜਾ ਹੁੰਦਾ ਹੈ ਕਿ ਪਿੱਛੇ ਪਰਿਵਾਰ ਵਿੱਚ ਐਕਸੀਡੈਂਟ, ਮੁਕੱਦਮੇਬਾਜ਼ੀਆਂ, ਰੋਗ ਅਤੇ ਮੌਤਾਂ ਆਦਿ ਹੁੰਦੀਆਂ ਹਨ। ਇਸੇ ਵਾਸਤੇ ਬਹੁਤ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਦੇ ਬਜ਼ੁਰਗ ਤਾਂ ਭੁੱਖ, ਨੰਗ, ਰੋਗ, ਤਿਰਸਕਾਰ ਦੇ ਸ਼ਿਕਾਰ ਹੋ ਕੇ ਮਰਦੇ ਹਨ, ਪਰ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਵੱਧ ਚੜ੍ਹ ਕੇ ਪਰ ਮਜਬੂਰੀ ਦੇ ਵਿੱਚ ਸ਼ਰਾਧ ਇਸ ਵਾਸਤੇ ਕਰਵਾਉਂਦੇ ਹਨ ਕਿ ਪਰਿਵਾਰ ਵਿੱਚ ਕੁਸ਼ਲਤਾ ਬਣੀ ਰਹੇ। ਇੱਥੇ ਕਬੀਰ ਸਾਹਿਬ ਸ਼ਾਸਤਰਾਂ, ਪੁਰਾਣਾਂ ਦੇ ਵਿੱਚ ਦਿੱਤੇ ਗਏ ਇਹਨਾਂ ਵਿਸ਼ਵਾਸਾਂ ਦਾ ਵੀ ਹਵਾਲਾ ਦੇ ਕੇ ਸਵਾਲ ਕਰਦੇ ਹਨ, ਇਹ ਦੁਨੀਆ ਦੇ ਲੋਕੋ, ਜੀਂਦੇ ਜੀ ਤਾਂ ਤੁਸੀਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਦੇ ਮਰਨ ਤੋਂ ਬਾਅਦ ਤੁਸੀਂ ਸ਼ਰਾਧ ਕੇਵਲ ਇਸ ਵਾਸਤੇ ਕਰਵਾਉਂਦੇ ਹੋ ਕਿ ਘਰ ਵਿੱਚ ਕੁਸ਼ਲਤਾ ਬਣੀ ਰਹੇ। ਤਾਂ ਤੇ ਇਹ ਸ਼ਰਾਧ ਕਰਨ ਵਾਲਿਓ, ਮੈਨੂੰ ਕੋਈ ਅਜਿਹਾ ਪਰਿਵਾਰ ਤਾਂ ਦੱਸ ਦਿਓ ਜਿਸ ਪਰਿਵਾਰ ਵਿੱਚ ਕਦੇ ਕਿਸੇ ਦੀ ਮੌਤ ਹੀ ਨਾ ਹੋਈ ਹੋਵੇ। ਅਜਿਹੇ ਲੋਕ ਇਸ ਫਰਜ਼ੀ ਕੁਸ਼ਲਤਾ ਦੀ ਦੌੜ ਵਿੱਚ ਸ਼ਰਾਧ ਵੀ ਕਰਦੇ ਰਹਿੰਦੇ ਹਨ ਅਤੇ ਪਰਿਵਾਰਾਂ ਦੇ ਵਿੱਚ ਮੌਤਾਂ ਜਾਂ ਕੁਦਰਤੀ ਸਿਲਸਿਲਾ ਵੀ ਚੱਲਦਾ ਰਹਿੰਦਾ ਹੈ। ਤਾਂ ਫਿਰ ਸ਼ਰਾਧ ਕਰਾਉਣ ਵਾਲਿਓ, ਤੁਸੀਂ ਇਹ ਤਾਂ ਦੱਸੋ, ਤੁਹਾਡੀ ਥਿਊਰੀ ਵਿੱਚ ਕੁਸ਼ਲਤਾ ਦਾ ਅਰਥ ਕੀ ਹੈ? ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਇਹ ਅਗਿਆਨੀ ਲੋਕ ਮਿੱਟੀ ਦੇ ਦੇਵੀ ਦੇਵਤੇ ਬਣਾਉਂਦੇ ਹਨ। ਫਿਰ ਸ਼ਰਾਧਾਂ ਦੀ ਪਰੰਪਰਾ ਅਨੁਸਾਰ ਇਹਨਾਂ
ਮਿੱਟੀ ਦੇ ਦੇਵੀ ਦੇਵਤਿਆਂ ਦੀ ਪੂਜਾ ਵਾਸਤੇ ਉਹਨਾਂ ਅੱਗੇ ਜੀਂਦੇ ਜੀਵਾਂ ਦੀ ਬਲੀ ਚੜਾਈ ਜਾਂਦੀ ਹੈ। ਇਸ ਤਰ੍ਹਾਂ ਸਰਜਿਉ ਕਾਟਹਿ ਨਿਰਜਿਉ ਪੂਜੈ, ਭਾਵ ਮਰ ਚੁੱਕਿਆਂ ਅੱਗੇ ਨਿਰਜਿੰਦ ਮਿੱਟੀ ਦੇ ਦੇਵੀ ਦੇਵਤਿਆਂ ਦੀ ਪੂਜਾ ਵਾਸਤੇ ਜੀਂਦਿਆਂ ਦੀ ਬਲੀ ਦਿੰਦੇ ਹਨ। ਸਿਤਮ ਇਸ ਤੋਂ ਵੱਧ ਹੋਰ ਕੀ ਹੋਵੇ ਕਿ ਬ੍ਰਾਹਮਣਾਂ ਵਾਸਤੇ ਭੋਜਨ ਵੀ ਉਹ ਤਿਆਰ ਕੀਤੇ ਜਾਂਦੇ ਹਨ ਜਿਹੜੇ ਸ਼ਾਸਤਰਾਂ ਦੇ ਅਨੁਸਾਰ ਦੱਸੇ ਗਏ ਹਨ। ਫਿਰ ਐਸੇ ਪਿਤਰ ਤੁਮਹਾਰੇ ਕਹੀਏ ਆਪਨ ਕਹਿ ਨਾ ਲੇਹੀ, ਇਸ ਦੇ ਅਨੁਸਾਰ ਭਾਵੇਂ ਉਹ ਪਿਤਰਾਂ ਦੀ ਪਸੰਦ ਦੇ ਹੋਣ ਜਾਂ ਉੱਕਾ ਹੀ ਉਸ ਦੇ ਵਿਰੁੱਧ ਹੋਣ। ਬਾਕੀ ਗੱਲ ਵੀ ਇਸ ਸ਼ਬਦ ਦੇ ਵਿੱਚੋਂ ਸਹਿਜੇ ਹੀ ਸਮਝੀ ਜਾ ਸਕਦੀ ਹੈ। ਦਰਸ਼ਕਾਂ ਨੂੰ ਨਿੱਘੀ ਅਪੀਲ ਹੈ ਕਿ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ, ਤਾਂ ਕਿ ਤੁਹਾਡੀਆਂ ਅਸੀਸਾਂ ਸਦਕੇ ਸਾਡਾ ਹੌਸਲਾ ਵਧੇ ਅਤੇ ਹੋਰ ਵਧੀਆ ਵੀਡੀਓ ਪੇਸ਼ ਕਰਨ ਲਈ ਪ੍ਰੇਰਨਾ ਮਿਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।